Hello guys, today we are going to discuss our first topic from plus one accounting, and our topic is introduction to bookkeeping. Bookkeeping ਕੀ ਹੁੰਦੀ ਆ? ਅਕਾਊਂਟਿੰਗ ਤੋਂ ਫਸਟ ਪਾਰਟ ਬੁੱਕਕੀਪਿੰਗ ਦਾ ਸਟਾਰਟ ਹੁੰਦਾ ਹੈ। ਜਿੱਥੇ ਬੁੱਕਕੀਪਿੰਗ ਖਤਮ ਹੋਊਗੀ ਉੱਥੋਂ ਅਕਾਊਂਟਿੰਗ ਸਟਾਰਟ ਹੋਏਗੀ। ਬੁੱਕਕੀਪਿੰਗ ਦਾ ਜਨਮ ਕਿਵੇਂ ਹੋਇਆ, ਬੁੱਕਕੀਪਿੰਗ ਦੀ ਬਿਜ਼ਨਸ ਦੇ ਵਿੱਚ ਜ਼ਰੂਰਤ ਕਿਉਂ ਹੈ, ਅੱਜ ਆਪਾਂ ਇਸ ਦੇ ਉੱਪਰ ਡਿਸਕਸ ਕਰਨਾ ਹੈ। ठीक है, सो लेट्स स्टार्ट। हिस्टोरिकल बैकग्राउंड तो स्टार्ट करते हैं ਆਪਾਂ कि बुककीपिंग की ਹੁੰਦੀ ਹੈ। ਜਿਵੇਂ ਕਿ ਹਿਸਟੋਰੀਕਲ ਬੈਕਗਰਾਉਂਡ ਅਸੀਂ ਚੈੱਕ ਕਰੀਏ ਬੁੱਕਕੀਪਿੰਗ ਦਾ ਤਾਂ ਇਹਦੇ ਅੰਦਰ ਕੀ ਹੈ ਕਿ ਸਿਸਟਮ ਆਫ ਰਿਕਾਰਡਿੰਗ, ਕਿਸੇ ਚੀਜ਼ ਨੂੰ ਰਿਕਾਰਡ ਕਰਨ ਦਾ ਜੋ ਸਿਸਟਮ ਹੈ, ਕਿਸੇ ਵੀ ਚੀਜ਼ ਨੂੰ ਮਤਲਬ ਕਿ ਸਾਡੀਆਂ ਜੋ ਡੇ ਟੂ ਡੇ ਐਕਟੀਵਿਟੀਜ਼ ਹੁੰਦੀਆਂ, ਔਰ ਉਹ ਕਿਹੜੀਆਂ ਐਕਟੀਵਿਟੀਜ਼ ਅਸੀਂ ਪਹਿਲਾਂ ਗੱਲ ਕੀਤੀ ਸੀ ਬਿਜ਼ਨਸ ਸਟੱਡੀਜ਼ ਦੇ ਲੈਕਚਰ ਦੇ ਵਿੱਚ ਕਿ ਓਨਲੀ ਇਕਨੋਮਿਕ ਐਕਟੀਵਿਟੀਜ਼ ਨੂੰ ਹੀ ਰਿਕਾਰਡ ਕਰਨ ਦੀ ਜ਼ਰੂਰਤ ਪੈਂਦੀ ਹੈ। ਮਤਲਬ ਕਿ ਜੋ ਨਾਨ ਇਕਨੋਮਿਕ ਐਕਟੀਵਿਟੀਜ਼ ਆ ਅਸੀਂ ਉਸ ਨੂੰ ਕਿਤੇ ਜ਼ਰੂਰਤ ਹੀ ਨਹੀਂ ਮਹਿਸੂਸ ਕਰਦੇ ਕਿ ਅਸੀਂ ਉਹਨੂੰ ਵੀ ਕਿਤੇ ਰਿਕਾਰਡ ਕਰੀਏ, ਕੋਈ ਸਿਸਟਮ ਉਹਦੇ ਲਈ ਹੋਣਾ ਚਾਹੀਦਾ, ਸੋ ਅਸੀਂ ਉਹਨਾਂ ਨੂੰ ਰਿਕਾਰਡ ਨਹੀਂ ਕਰਦੇ। ਠੀਕ ਹੈ, ਸੋ ਇਹ ਕਿੰਨਾ ਕੁ ਪੁਰਾਣਾ ਸਿਸਟਮ ਹੈ ਕਿ ਅਸੀਂ ਪੈਸੇ ਕਮਾਉਣ ਲਈ ਜੋ ਵੀ ਐਕਟੀਵਿਟੀ ਕਰਦੇ ਹਾਂ ਉਸ ਨੂੰ ਅਸੀਂ ਕਿਤੇ ਨਾ ਕਿਤੇ ਨੋਟ ਡਾਊਨ ਕਰਦੇ ਹਾਂ, ਅਸੀਂ ਕਿਤੇ ਰਿਕਾਰਡ ਕਰਦੇ ਹਾਂ, ਉਹਦਾ ਰਿਕਾਰਡ ਮੇਨਟੇਨ ਰੱਖਦੇ ਹਾਂ। ਔਰ ਇਹ ਰਿਕਾਰਡ ਕਰਨ ਦਾ ਸਿਸਟਮ ਕਿੰਨਾ ਕੁ ਪੁਰਾਣਾ ਹੈ ਤਾਂ ਅਸੀਂ ਇਸ ਦੇ ਬਾਰੇ ਹਿਸਟੋਰੀਕਲੀ ਦੇਖੀਏ ਤਾਂ ਕੀ ਲਿਖਿਆ ਗਿਆ ਕਿ ਸਿਸਟਮ ਆਫ ਰਿਕਾਰਡਿੰਗ ਆਰ ਡੇ ਟੂ ਡੇ ਐਕਟੀਵਿਟੀਜ਼ ਇਜ਼ ਓਲਡ ਆਰ ਨੀਡਸ ਆਫ ਹਿਊਮਨ ਬੀਇੰਗ। ਜਿੰਨੀਆਂ ਪੁਰਾਣੀਆਂ ਸਾਡੀਆਂ ਜ਼ਰੂਰਤਾਂ ਓਨਾ ਹੀ ਪੁਰਾਣਾ ਇਹ ਸਿਸਟਮ ਵੀ ਹੈ। ਹੁਣ ਦੇਖਿਆ ਜਾਵੇ ਕਿ ਸਾਡੀਆਂ ਜ਼ਰੂਰਤਾਂ ਇਕਨੋਮਿਕ ਨੀਡ ਸਾਡੀ ਪੈਸੇ ਨੂੰ ਕਮਾਉਣ ਦੀ ਕਿੰਨੀ ਪੁਰਾਣੀ ਹੋ ਸਕਦੀ ਹੈ, ਸੋ ਅਸੀਂ ਇਸ ਦਾ ਅੰਦਾਜ਼ਾ ਲਗਾ ਸਕਦੇ ਹਾਂ ਕਿ ਜਿੰਨਾ ਪੁਰਾਣਾ ਪੈਸਾ ਹੈ, ਮਤਲਬ ਕਿ ਮਨੀ ਇੰਟਰੋਡਿਊਸ ਕਦੋਂ ਹੋਈ, ਮਨੀ ਦੀ ਇਨਵੈਂਸ਼ਨ ਕਦੋਂ ਹੋਈ, ਉਹ ਮੀਡੀਅਮ ਆਫ ਐਕਸਚੇਂਜ ਜਿਹੜਾ ਕਿ ਮੰਨਿਆ ਗਿਆ ਜਿਸ ਨੂੰ ਪੈਸਾ ਕਿਹਾ ਜਾਂਦਾ ਹੈ, ਉਹਦੀ ਇਨਵੈਂਸ਼ਨ ਕਦੋਂ ਹੋਈ ਹੈ ਤਾਂ ਓਨਾ ਹੀ ਪੁਰਾਣਾ ਸਾਡਾ ਉਸ ਨੂੰ ਰਿਕਾਰਡ ਕਰਨ ਦਾ ਸਿਸਟਮ ਵੀ ਹੈ। ਠੀਕ ਹੈ ਜੀ। ਹੁਣ ਜਦੋਂ ਕਿ ਐਟ ਦਾ ਟਾਈਮ ਆਫ ਡਿਵੈਲਪਮੈਂਟ ਆਫ ਵਿਲੇਜ ਇਕੋਨਮੀ, ਜਦੋਂ ਸਾਡੀ ਇਕੋਨਮੀ ਦੇ ਵਿੱਚ ਡਿਵੈਲਪਮੈਂਟ ਹੋਈ ਤਾਂ ਅਸੀਂ ਵਿਲੇਜ ਇਕੋਨਮੀ ਨੂੰ ਡਿਵੈਲਪ ਕੀਤਾ ਸਭ ਤੋਂ ਪਹਿਲਾਂ। ਔਰ ਵਿਲੇਜ ਇਕੋਨਮੀ ਦੇ ਵਿੱਚ ਕੀ ਹੋਇਆ ਕਿ ਲੋਕ ਆਪਣੀਆਂ ਕੁਝ ਐਗਰੀਕਲਚਰ ਬਿਜ਼ਨਸ ਕਰਨਾ ਸ਼ੁਰੂ ਕਰ ਦਿੱਤਾ, ਉਹਨਾਂ ਨੇ ਐਗਰੀਕਲਚਰ ਪ੍ਰੋਡਿਊਸ ਕੀਤੀ ਔਰ ਉਸ ਨੂੰ ਹੀ ਆਪਸ ਦੇ ਵਿੱਚ ਵੰਡਣਾ ਸ਼ੁਰੂ ਕੀਤਾ, ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ। ਜਿਸ ਕੋਲ ਐਕਸੈਸ ਸੀ ਉਹਨੇ ਕੋਈ ਵੈਲਿਊਏਬਲ ਆਰਟੀਕਲ ਦੇ ਬਦਲੇ ਉਹ ਚੀਜ਼ ਉਸ ਨੂੰ ਪ੍ਰੋਵਾਈਡ ਕੀਤੀ ਔਰ ਆਰਟੀਕਲ ਉਸ ਤੋਂ ਲੈ ਲਿਆ। ਔਰ ਉਸ ਤੋਂ ਬਾਅਦ ਕੀ ਹੋਇਆ, ਉਹਨਾਂ ਨੇ ਕੁਝ ਡੇਅਰੀ ਫਾਰਮਿੰਗ ਦਾ ਕੰਮ ਸ਼ੁਰੂ ਕਰ ਲਿਆ ਔਰ ਨਾਲ ਹੀ ਨਾਲ ਉਹਨਾਂ ਨੇ ਆਪਣੀ ਡੇ ਟੂ ਡੇ ਜੋ ਟ੍ਰਾਂਜੈਕਸ਼ਨਸ ਹੋਈਆਂ, ਜੋ ਇਸ ਬਿਜ਼ਨਸ ਦੇ ਨਾਲ ਟ੍ਰਾਂਜੈਕਸ਼ਨਸ ਅਕਰ ਹੋਈਆਂ, ਉਸ ਨੂੰ ਕਿਸੇ ਨਾ ਕਿਸੇ ਸਿਸਟਮ ਦੇ ਅੰਦਰ ਉਹਨਾਂ ਨੇ ਰਿਕਾਰਡ ਕਰਨਾ ਸਟਾਰਟ ਕਰ ਦਿੱਤਾ। ਉਸ ਤੋਂ ਬਾਅਦ ਸਾਡੇ ਕੋਲ ਜਿਹੜੀ ਅਕਾਊਂਟਿੰਗ ਹੈ, ਬੁੱਕਕੀਪਿੰਗ ਹੈ, ਇਸ ਨੇ ਜਨਮ ਲਿਆ ਕਿ ਅਸੀਂ ਉਹਨਾਂ ਟ੍ਰਾਂਜੈਕਸ਼ਨਸ ਨੂੰ ਕਿਤੇ ਨਾ ਕਿਤੇ ਰਿਕਾਰਡ ਕਰਦੇ ਹਾਂ। ਬੁੱਕਕੀਪਿੰਗ ਡੇਟ ਬੈਕਸ ਹੈ ਵੈਨ ਹਿਊਮਨ ਯੂਜ਼ਡ ਟੋਕਨ ਟੂ ਟਰੈਕ ਦਾ ਟ੍ਰੇਡ ਔਰ ਲਾਈਵ ਸਟਾਕ ਇਨ ਅਦਰ ਟ੍ਰਾਂਜੈਕਸ਼ਨਸ। ਬੁੱਕਕੀਪਿੰਗ ਵੀ ਉਨੀ ਹੀ ਪੁਰਾਣੀ ਔਰ ਯੂਜ਼ ਕਿਉਂ ਕੀਤੀ ਜਾਂਦੀ ਸੀ ਕਿ ਅਸੀਂ ਰਿਕਾਰਡ ਕਰਦੇ ਸੀ ਉਹਨਾਂ ਟ੍ਰਾਂਜੈਕਸ਼ਨਸ ਨੂੰ, ਜਦੋਂ ਕਿ ਇੱਕ ਜੋ ਪੁਰਾਣਾ ਮਨੁੱਖ ਹੈ ਉਹ ਆਪਣੇ ਬਿਜ਼ਨਸ ਨੂੰ, ਆਪਣੀਆਂ ਟ੍ਰਾਂਜੈਕਸ਼ਨਸ ਨੂੰ ਕਿਸੇ ਨਾ ਕਿਸੇ ਸਿਸਟਮ ਦੇ ਰਾਹੀਂ ਚਲਾਉਂਦਾ ਸੀ, ਜਿਵੇਂ ਅਸੀਂ ਟੋਕਨ ਸਿਸਟਮ ਕਹਿ ਦਿੱਤਾ। ਉਹ ਟੋਕਨ ਮੈਟਲਿਕ ਫਾਰਮ ਦੇ ਵਿੱਚ ਹੁੰਦੇ ਜਿਹਦੇ ਨਾਲ ਉਹ ਆਪਣਾ ਕੰਮ ਨੂੰ ਕਰਦੇ। ਅਕੋਰਡਿੰਗ ਟੂ ਨਿਊਯਾਰਕ ਟਾਈਮ ਆਰਟੀਕਲ ਨਿਊ ਲਾਈਟ ਸ਼ੈਡ ਅਪੋਨ ਐਂਸੀਐਂਟ ਬੁੱਕ ਕੀਪਿੰਗ, ਇੱਕ ਆਰਟੀਕਲ ਛਪਿਆ ਜਿਸ ਦੇ ਅੰਦਰ ਉਸ ਦੀ ਹਿਸਟਰੀ ਲਿਖੀ ਗਈ ਔਰ ਇਹ ਵੀ ਲਿਖਿਆ ਗਿਆ ਕਿ ਜਿਹੜੀ ਬੁੱਕ ਕੀਪਿੰਗ ਦਾ ਸਿਸਟਮ ਹੈ ਇਹ ਬੈਕ ਟੂ 4000 BC, BC ਦਾ ਮਤਲਬ ਬਿਫੋਰ ਕ੍ਰਾਈਸਟ, ਜਦੋਂ ਜੀਸਸ ਕ੍ਰਾਈਸਟ ਦਾ ਜਨਮ ਹੋਇਆ ਉਸ ਤੋਂ 4000 ਸਾਲ ਪਹਿਲਾਂ ਤੋਂ ਬੁੱਕਕੀਪਿੰਗ ਜਿਹੜੀ ਹੈ ਉਹ ਚੱਲ ਰਹੀ ਸੀ। ਹੁਣ ਮਤਲਬ ਬੁੱਕਕੀਪਿੰਗ ਕਿਹੜੀ ਬੁੱਕਕੀਪਿੰਗ ਜੋ ਅੱਜ ਅਸੀਂ ਯੂਜ਼ ਕਰਦੇ ਹਾਂ ਇਹ ਨਹੀਂ, ਮਤਲਬ ਕੋਈ ਸਿਸਟਮ ਐਸਾ ਸੀ ਜਿਹਦੇ ਨਾਲ ਅਸੀਂ ਟ੍ਰਾਂਜੈਕਸ਼ਨਸ ਨੂੰ ਰਿਕਾਰਡ ਕਰਦੇ ਸੀ, ਆਪਣੀਆਂ ਡੇ ਟੂ ਡੇ ਇਕਨੋਮਿਕ ਐਕਟੀਵਿਟੀਜ਼ ਨੂੰ ਰਿਕਾਰਡ ਅਪ ਕਰਦੇ ਸੀ, ਜਿਹਦੇ ਨਾਲ ਅਸੀਂ ਉਹਨਾਂ ਨੂੰ ਯਾਦ ਰੱਖ ਸਕੀਏ। ਹੁਣ ਉਸ ਤੋਂ ਬਾਅਦ ਜਿਹੜਾ ਹੈ 1494 ਦੇ ਵਿੱਚ ਫਰੈਟਰ ਲੂਕਾ ਪਿਕੋਲੀ ਨੇ ਇੱਕ ਬੁੱਕ ਪਬਲਿਸ਼ ਕੀਤੀ, ਜਿਸ ਬੁੱਕ ਦਾ ਨਾਮ ਰੱਖਿਆ ਉਹਨਾਂ ਨੇ ਐਵਰੀਥਿੰਗ ਅਬਾਊਟ ਅਰਥਮੈਟਿਕ, ਜਿਓਮੈਟਰੀ ਐਂਡ ਪ੍ਰਪੋਰਸ਼ਨ।
ਜਿਸ ਦੇ ਵਿੱਚ ਡਿਸਕ੍ਰਾਈਬ ਕੀਤੇ ਇਨ ਡਿਟੇਲ ਦਾ ਸਟੈਂਡਰਡ ਅਕਾਊਂਟਿੰਗ ਸਿਸਟਮ ਜੋ ਕਿ ਅਸੀਂ ਅੱਜ ਯੂਜ਼ ਕਰਦੇ ਹਾਂ। ਔਰ ਇਸੇ ਪਰਸਨ ਨੂੰ ਫਾਦਰ ਕਿਹਾ ਗਿਆ ਮਾਡਰਨ ਬੁੱਕ ਕੀਪਿੰਗ ਦਾ, ਕਿਉਂਕਿ ਇਹ ਸਟੈਂਡਰਡ ਯੂਜ਼ ਕੀਤੇ ਜਾਂਦੇ ਆ। ਉਹਦੇ ਅੰਦਰ ਐਕਸਪਲੇਨ ਕੀਤਾ ਗਿਆ ਕਿ ਕਿਵੇਂ ਅਸੀਂ ਇਹਨਾਂ ਨੂੰ ਯੂਜ਼ ਕਰਨਾ ਹੈ। ਲੇਕਿਨ ਉਸ ਤੋਂ ਵੀ ਪਹਿਲਾਂ ਬੈਨੇਡਿਟੋ ਕੋਟਰਗੁਲੀ ਨਾਮ ਦਾ ਇੱਕ ਪਰਸਨ ਜਿਸ ਨੇ ਆਫ ਟ੍ਰੇਡਿੰਗ ਐਂਡ ਪਰਫੈਕਟ ਟ੍ਰੇਡਰ ਨਾਮ ਦੀ ਇੱਕ ਬੁੱਕ ਪਬਲਿਸ਼ ਕੀਤੀ, ਜਿਹਦੇ ਅੰਦਰ ਉਹਨਾਂ ਨੇ ਰੂਲਸ ਫॉर ਡਬਲ ਐਂਟਰੀ ਬੁੱਕ ਕੀਪਿੰਗ ਪ੍ਰੋਸੈਸ ਲਿਖੇ। ਉਹ ਚੰਗੀ ਤਰ੍ਹਾਂ ਸਮਝਾਏ ਕਿ ਅਸੀਂ ਉਹਨਾਂ ਰੂਲਸ ਨੂੰ ਕਿਵੇਂ ਯੂਜ਼ ਕਰਦੇ ਹਾਂ। ਅਤੇ ਜਿਵੇਂ ਜਿਵੇਂ ਸਾਡਾ ਅੱਜ ਦਾ ਇਕਨੋਮਿਕ ਸਿਸਟਮ ਜਿਵੇਂ ਜਿਵੇਂ ਡਿਵੈਲਪ ਹੋ ਗਿਆ, ਤਾਂ ਉਸੇ ਤਰ੍ਹਾਂ ਜਿਵੇਂ ਜਿਵੇਂ ਕਾਰਪੋਰੇਟ ਸੈਕਟਰ ਡਿਵੈਲਪ ਹੋ ਗਿਆ, ਉਸੇ ਤਰ੍ਹਾਂ ਜਿਹੜੀ ਬੁੱਕ ਕੀਪਿੰਗ ਹੈ ਸਾਡੇ ਮਾਡਰਨ ਇਕਨੋਮਿਕ ਸਿਸਟਮ ਦਾ ਪਾਰਟ ਬਣ ਗਈ। ਇਹ ਤਾਂ ਸੀ ਹਿਸਟੋਰੀਕਲ ਬੈਕਗਰਾਊਂਡ ਕਿ ਬੁੱਕ ਕੀਪਿੰਗ ਕਿੰਨੀ ਪੁਰਾਣੀ ਹੈ। ਅਸੀਂ ਇਹ ਸਾਰੀਆਂ ਚੀਜ਼ਾਂ ਤੋਂ ਪਿੱਛੇ ਹਟ ਜਾਈਏ ਤਾਂ ਅਸੀਂ ਇੱਕੋ ਹੀ ਗੱਲ ਕਹਿ ਸਕਦੇ ਹਾਂ ਕਿ ਜਿੰਨੀਆਂ ਪੁਰਾਣੀਆਂ ਸਾਡੀਆਂ ਜ਼ਰੂਰਤਾਂ, ਜਿੰਨੀ ਪੁਰਾਣੀ ਸਾਡੀ ਇਕਨੋਮਿਕ ਨੀਡ ਨੂੰ ਪੂਰਾ ਕਰਨ ਦੇ ਲਈ ਕੀਤੀਆਂ ਗਈਆਂ ਐਕਟੀਵਿਟੀਜ਼, ਓਨਾ ਹੀ ਪੁਰਾਣਾ ਇਹ ਸਿਸਟਮ ਹੈ ਜਿਸ ਦੇ ਅੰਦਰ ਅਸੀਂ ਚੀਜ਼ਾਂ ਨੂੰ ਰਿਕਾਰਡ ਕਰਨਾ ਸ਼ੁਰੂ ਕੀਤਾ ਸੀ ਕਿ ਅਸੀਂ ਕਰ ਕੀ ਰਹੇ ਹਾਂ, ਅਸੀਂ ਕਿਸੇ ਤੋਂ ਕਿੰਨਾ ਪੈਸਾ ਲੈਣਾ ਹੈ, ਕਿਸੇ ਨੂੰ ਕਿੰਨਾ ਪੈਸਾ ਦੇਣਾ ਹੈ, ਔਰ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਜਦ ਤੋਂ ਰਿਕਾਰਡ ਕਰਦੇ ਆ ਰਹੇ ਹਾਂ ਤਾਂ ਬੁੱਕ ਕੀਪਿੰਗ ਦੀ ਹਿਸਟਰੀ ਓਨੀ ਹੀ ਪੁਰਾਣੀ ਹੈ। ਕਲੀਅਰ। ਹੁਣ ਅਸੀਂ ਇਸ ਦੀ ਇੰਟਰੋਡਕਸ਼ਨ ਦੇ ਬਾਰੇ ਦੇਖੀਏ ਕਿ ਇੰਟਰੋਡਕਸ਼ਨ ਕੀ ਹੈ। ਐਜ਼ ਵੀ ਨੋ ਕਿ ਹਿਊਮਨ ਐਕਟੀਵਿਟੀਜ਼ ਨੂੰ ਅਸੀਂ ਦੋ ਪਾਰਟ ਦੇ ਵਿੱਚ ਵੰਡਿਆ ਹੋਇਆ ਹੈ, ਇੱਕ ਇਕਨੋਮਿਕ ਐਕਟੀਵਿਟੀਜ਼, ਇੱਕ ਨੌਨ ਇਕਨੋਮਿਕ ਐਕਟੀਵਿਟੀਜ਼। ਔਰ ਨੌਨ ਇਕਨੋਮਿਕ ਐਕਟੀਵਿਟੀ ਜੋ ਹੈ ਸਿਰਫ ਸਾਡੀ ਸੋਸ਼ਲ ਅਤੇ ਸਾਈਕੋਲੋਜੀਕਲ ਨੀਡਸ ਨੂੰ ਪੂਰਾ ਕਰਦੀ ਹੈ, ਇਹ ਵੀ ਸਾਨੂੰ ਪਤਾ ਹੈ। ਸੋ ਜਿਹੜੀਆਂ ਚੀਜ਼ਾਂ ਸਾਡੀ ਸੋਸ਼ਲ ਅਤੇ ਸਾਡੀ ਸਾਈਕੋਲੋਜੀਕਲ ਨੀਡ ਨੂੰ ਪੂਰਾ ਕਰਦੀ ਹੈ, ਉਹਨੂੰ ਸਾਨੂੰ ਕਿਸੇ ਸਿਸਟਮ ਦੇ ਅੰਦਰ ਰਿਕਾਰਡ ਕਰਨ ਦੀ ਜ਼ਰੂਰਤ ਨਹੀਂ ਮਹਿਸੂਸ ਹੁੰਦੀ। ਸਾਨੂੰ ਇਹ ਕਿਤੇ ਲਿਖ ਕੇ ਰੱਖਣ ਦੀ ਲੋੜ ਨਹੀਂ ਕਿ ਅੱਜ ਮੈਂ ਕਿਹੜਾ ਗਾਣਾ ਸੁਣਿਆ ਸੀ ਜਿਹਦੇ ਨਾਲ ਮੈਨੂੰ ਸੈਟਿਸਫੈਕਸ਼ਨ ਹੋਈ, ਅੱਜ ਮੈਂ ਕਿਸ ਦੇ ਨਾਲ ਬੈਠ ਕੇ ਗੱਲਾਂ ਕੀਤੀਆਂ ਕਿ ਮੈਨੂੰ ਸੈਟਿਸਫੈਕਸ਼ਨ ਮਹਿਸੂਸ ਹੋਈ, ਅੱਜ ਮੈਂ ਗੇਮ ਕਿਹੜੀ ਖੇਡੀ ਕਿ ਮੈਨੂੰ ਸੈਟਿਸਫੈਕਸ਼ਨ ਮਹਿਸੂਸ ਹੋਈ। ਇਹ ਗੱਲਾਂ ਸਾਨੂੰ ਕਿਤੇ ਨੋਟ ਡਾਊਨ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਤਾਂ ਜ਼ਰੂਰਤ ਕਿਸ ਚੀਜ਼ ਦੀ ਪੈਂਦੀ ਹੈ ਨੋਟ ਕਰਨ ਦੀ? ਤਾਂ ਉੱਥੇ ਅਸੀਂ ਲਿਖਿਆ ਬਟ ਇਕਨੋਮਿਕ ਐਕਟੀਵਿਟੀਜ਼ ਆਰ ਮੇਂਟ ਫॉर ਅਰਨਿੰਗ ਮਨੀ। ਇਕਨੋਮਿਕ ਐਕਟੀਵਿਟੀਜ਼ ਨੂੰ ਪਰਫਾਰਮ ਹੀ ਕਿਉਂ ਕੀਤਾ ਜਾਂਦਾ ਹੈ? ਤਾਂ ਜੋ ਅਸੀਂ ਜੋ ਹੈ ਪੈਸਾ ਕਮਾ ਸਕੀਏ। ਐਂਡ ਵੀ ਆਰ ਨਾਟ ਏਬਲ ਟੂ ਲਰਨ ਦ ਟ੍ਰਾਂਜੈਕਸ਼ਨਸ ਔਨ ਲੌਂਗ ਟਰਮ ਬੇਸਿਸ। ਔਰ ਅਸੀਂ ਟ੍ਰਾਂਜੈਕਸ਼ਨਸ ਨੂੰ ਲੌਂਗ ਟਰਮ ਬੇਸਿਸ 'ਤੇ ਜੋ ਹੈ ਯਾਦ ਨਹੀਂ ਰੱਖ ਸਕਦੇ। ਤਾਂ ਕੀ ਕਰਨਾ ਪਊਗਾ ਸਾਨੂੰ? ਉਹ ਟ੍ਰਾਂਜੈਕਸ਼ਨਸ ਨੂੰ ਕਿਤੇ ਨਾ ਕਿਤੇ ਰਿਕਾਰਡ ਕਰਕੇ ਰੱਖਣਾ ਪਊਗਾ, ਲਿਖ ਕੇ ਰੱਖਣਾ ਪਊਗਾ। ਜਿਵੇਂ ਇੱਕ ਸ਼ੌਪ ਦੇ ਅੰਦਰ ਕੁਝ ਕਸਟਮਰਸ ਆਉਂਦੇ ਆ, ਅਗਰ 2-4 ਕਸਟਮਰ ਹੀ ਆਉਂਦੇ ਆ ਤਾਂ ਸ਼ਾਇਦ ਅਸੀਂ ਉਹ ਡਾਟਾ ਰਿਕਾਰਡ ਯਾਦ ਵੀ ਰੱਖ ਸਕਦੇ ਹਾਂ, ਰਿਕਾਰਡ ਨਾ ਵੀ ਕਰੀਏ ਤਾਂ ਸਰ ਸਕਦਾ। ਬਟ ਜਦੋਂ ਨੰਬਰ ਆਫ ਕਸਟਮਰਸ ਵੱਧ ਜਾਂਦੇ ਆ, ਨੰਬਰ ਆਫ ਟ੍ਰਾਂਜੈਕਸ਼ਨਸ ਵੱਧ ਜਾਂਦੇ ਆ, ਪੂਰੇ ਇੱਕ ਸਾਲ ਦੇ ਅੰਦਰ 365 ਦਿਨਾਂ ਦੀਆਂ ਟ੍ਰਾਂਜੈਕਸ਼ਨਸ ਨੂੰ ਯਾਦ ਰੱਖਣਾ ਬੜਾ ਔਖਾ ਹੈ। ਹਿਊਮਨ ਮੈਮਰੀ ਇੰਨਾ ਯਾਦ ਨਹੀਂ ਰੱਖ ਸਕਦੀ। ਤਾਂ ਸਾਨੂੰ ਹਿਊਮਨ ਮੈਮਰੀ ਦੀ ਰਿਪਲੇਸਮੈਂਟ ਚਾਹੀਦੀ ਸੀ। ਇੱਕ ਐਸਾ ਸਿਸਟਮ ਚਾਹੀਦਾ ਹੈ ਜੋ ਸਿਸਟਮ ਉਹਨਾਂ ਡੇ ਬਾਏ ਡੇ ਟ੍ਰਾਂਜੈਕਸ਼ਨਸ ਨੂੰ ਕਸਟਮਰ ਵਾਈਜ਼ ਰਿਕਾਰਡ ਕੀਤਾ ਜਾ ਸਕੇ, ਡੇਟ ਵਾਈਜ਼ ਰਿਕਾਰਡ ਕੀਤਾ ਜਾ ਸਕੇ। ਸੋ ਬੁੱਕ ਕੀਪਿੰਗ ਸਾਨੂੰ ਇੱਕ ਐਸਾ ਸਿਸਟਮ ਮਿਲਿਆ ਜਿਹਦੇ ਅੰਦਰ ਅਸੀਂ ਟ੍ਰਾਂਜੈਕਸ਼ਨਸ ਨੂੰ ਡੇਲੀ ਬੇਸਿਸ ਦੇ ਉੱਪਰ ਇੱਕ ਸਿਸਟਮੈਟਿਕ ਮੈਨਰ ਦੇ ਨਾਲ ਰਿਕਾਰਡ ਕਰ ਸਕਦੇ ਹਾਂ। ਠੀਕ ਹੈ ਜੀ। ਔਰ ਸਾਲ ਜਦੋਂ ਖਤਮ ਹੁੰਦਾ ਜਾਂ ਕੋਈ ਪਰਟੀਕੂਲਰ ਟਾਈਮ ਪੀਰੀਅਡ ਆਊਗਾ ਤਾਂ ਅਸੀਂ ਬਿਜ਼ਨਸ ਦਾ ਪ੍ਰੋਫਿਟ ਜਾਂ ਲਾਸ ਵੀ ਫਾਈਂਡ ਆਊਟ ਕਰ ਸਕਦੇ ਹਾਂ ਕਿ ਅਲਟੀਮੇਟ ਅਸੀਂ ਕੀ ਲਗਾਇਆ ਸੀ ਔਰ ਸਾਨੂੰ ਕੀ ਮਿਲਿਆ। ਦੇਖੋ, ਇੱਕ ਰੇਹੜੀ ਜੋ ਬੰਦਾ ਲਗਾਉਂਦਾ ਹੈ, ਇੱਕ ਰੇਹੜੀ ਦੇ ਉੱਪਰ ਚਾਹੇ ਉਹ ਗੋਲ ਗੱਪਿਆਂ ਦੀ ਰੇਹੜੀ ਹੈ, ਚਾਹੇ ਉਹ ਕੁਲਚਿਆਂ ਦੀ ਰੇਹੜੀ ਹੈ, ਉਸ ਨੂੰ ਵੀ ਪਤਾ ਹੁੰਦਾ ਹੈ ਕਿ ਉਸਨੇ ਕਿੰਨੀ ਇਨਵੈਸਟਮੈਂਟ ਕੀਤੀ ਹੈ, ਕਿੰਨੀ ਉਸ ਦੀ ਰਿਕਵਰੀ ਹੋਈ ਹੈ, ਅਲਟੀਮੇਟ ਉਸ ਦਾ ਪ੍ਰੋਫਿਟ ਜਾਂ ਲਾਸ ਕੀ ਆਇਆ ਉਸ 'ਚੋਂ ਉਹਨੂੰ ਪਤਾ ਹੈ। ਉਹਦੇ ਕੋਲ ਵੀ ਰਿਕਾਰਡਿੰਗ ਦਾ ਇੱਕ ਸਿਸਟਮ ਹੈ, ਬਟ ਉਹਦਾ ਸਿਸਟਮ ਕੀ ਹੈ? ਇੱਕ ਆਪਣੇ ਤਰੀਕੇ ਦੇ ਵਿੱਚ ਢਾਲਿਆ ਹੋਇਆ ਸਿਸਟਮ ਹੈ ਉਸਦਾ। ਜ਼ਰੂਰੀ ਨਹੀਂ ਕਿ ਉਹ ਆਪਣੇ ਵਾਂਗੂ ਜਰਨਲ ਬਣਾਉਂਦਾ ਹੋਊਗਾ, ਲੈਜ਼ਰ ਬਣਾਉਂਦਾ ਹੋਊਗਾ ਜਾਂ ਉਸਨੇ ਬੈਲੈਂਸ ਸ਼ੀਟਾਂ ਬਣਾਈਆਂ ਹੋਣਗੀਆਂ, ਨਹੀਂ, ਇਹ ਜ਼ਰੂਰੀ ਨਹੀਂ। ਲੇਕਿਨ ਉਹ ਵੀ ਚੀਜ਼ ਰਿਕਾਰਡ ਕਰਦਾ ਹੈ ਕਿ ਉਸਨੇ ਕਿੰਨੀ ਇਨਪੁਟ ਲਗਾਈ ਹੈ ਔਰ ਉਸਨੂੰ ਆਉਟਪੁੱਟ ਕਿੰਨੀ ਮਿਲੀ ਹੈ, ਕਿਆ ਇਹ ਬਿਜ਼ਨਸ ਉਸਨੂੰ ਫਾਇਦੇਮੰਦ ਹੈ ਜਾਂ ਨਹੀਂ ਹੈ। ਇਹ ਵੀ ਚੀਜ਼ਾਂ ਉਹ ਰਿਕਾਰਡ ਜ਼ਰੂਰ ਕਰ ਰਿਹਾ ਹੋਏਗਾ, ਲੇਕਿਨ ਸਿਸਟਮ ਉਸਦਾ ਆਪਣਾ ਹੈ। ਸੋ ਅਸੀਂ ਦੇਖਦੇ ਹਾਂ ਕਿ ਬੁੱਕ ਕੀਪਿੰਗ ਦਾ ਇੱਕ ਓਵਰਆਲ ਜਿਹਾ ਮੀਨਿੰਗ ਕੀ ਬਣਦਾ ਹੈ। ਬੁੱਕ ਕੀਪਿੰਗ ਇਜ਼ ਅ ਸਿਸਟਮ। ਬੁੱਕ ਕੀਪਿੰਗ ਇੱਕ ਐਸਾ ਸਿਸਟਮ ਹੈ ਜਿਸ ਨੂੰ ਅਸੀਂ ਯੂਜ਼ ਕਰਦੇ ਹਾਂ ਟੂ ਰਿਕਾਰਡ ਦ ਬਿਜ਼ਨਸ ਰਿਲੇਟਡ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ। ਦੇਖੋ, ਪਹਿਲਾਂ
ਤਾਂ ਹੈ ਕਿ ਰਿਕਾਰਡ ਕਰਨਾ ਉਸ ਚੀਜ਼ ਨੂੰ, ਲਿਖਣਾ ਹੈ ਡੇ ਬਾਏ ਡੇ ਟ੍ਰਾਂਜੈਕਸ਼ਨ ਨੂੰ। ਔਰ ਕੀ ਹੋਣਾ ਚਾਹੀਦਾ, ਉਹ ਬਿਜ਼ਨਸ ਨਾਲ ਰਿਲੇਟਡ ਹੋਣੀਆਂ ਚਾਹੀਦੀਆਂ। ਸੋ ਫਸਟ ਆਫ ਆਲ ਕਿ ਟ੍ਰਾਂਜੈਕਸ਼ਨ ਕਿਹਾ ਕਿਹਨੂੰ ਜਾਂਦਾ ਹੈ? ਟ੍ਰਾਂਜੈਕਸ਼ਨ ਉਹ ਸਾਰੇ ਲੈਣ ਦੇਣ ਹੁੰਦੇ ਆ, ਲਾਈਕ ਸੇਲ ਕਰਨੀ, ਪਰਚੇਜ਼ ਕਰਨੀ, ਪੇਮੈਂਟਾਂ ਕਰਨੀਆਂ, ਪੇਮੈਂਟ ਰਿਸੀਵ ਕਰਨੀ, ਵਟਐਵਰ, ਸੈਲਰੀਆਂ ਦੇਣੀਆਂ, ਰੈਂਟ ਪੇ ਕਰਨੇ, ਇਹ ਸਾਰੀਆਂ ਟ੍ਰਾਂਜੈਕਸ਼ਨਸ ਹੁੰਦੀਆਂ ਨੇ ਜਿਹੜਾ ਕਿ ਬਿਜ਼ਨਸ ਆਪਣੀ ਕਿਸੇ ਥਰਡ ਪਾਰਟੀ ਦੇ ਨਾਲ ਕਰਦਾ ਹੈ। ਮਤਲਬ ਇੱਕ ਪਾਰਟੀ ਬਿਜ਼ਨਸ ਹੋ ਗਿਆ, ਸੈਕੰਡ ਪਾਰਟੀ ਇਹਦੇ ਅੰਦਰ ਕੋਈ ਨਾ ਕੋਈ ਜ਼ਰੂਰ ਹੋਊਗਾ। ਤਾਂ ਦੋ ਪਾਰਟੀਆਂ ਦੇ ਵਿਚਕਾਰ ਹੋਣ ਵਾਲੀ ਲੈਣ ਦੇਣ ਨੂੰ ਟ੍ਰਾਂਜੈਕਸ਼ਨ ਕਿਹਾ ਜਾਂਦਾ ਹੈ। ਠੀਕ ਹੈ ਜੀ। ਹੁਣ ਇਹ ਕੀ ਹੈ, ਫਾਈਨੈਂਸ਼ੀਅਲ ਨੇਚਰ ਦੀ ਵੀ ਹੋਣੀ ਜ਼ਰੂਰੀ ਹੈ। ਫਾਈਨੈਂਸ਼ੀਅਲ ਨੇਚਰ ਅਸੀਂ ਕਿਹਨੂੰ ਕਹਿੰਦੇ ਆ, ਕਿ ਜਿਹੜੀ ਟ੍ਰਾਂਜੈਕਸ਼ਨ ਮੈਜ਼ਰੇਬਲ ਇਨ ਟਰਮਸ ਆਫ ਮਨੀ ਹੋਏਗੀ, ਜਿਸ ਦਾ ਪੈਸੇ ਦੇ ਵਿੱਚ ਕੋਈ ਮੁੱਲ ਹੈ। ਜ਼ਰੂਰੀ ਨਹੀਂ ਕਿ ਅਸੀਂ ਉਹਨੂੰ ਪੇ ਕੀਤਾ ਜਾਂ ਨਹੀਂ ਕੀਤਾ, ਬਟ ਉਹਦਾ ਪੈਸੇ ਦੇ ਵਿੱਚ ਇੱਕ ਮੈਜ਼ਰੇਬਲ ਅਮਾਊਂਟ ਹੋਣਾ ਚਾਹੀਦਾ ਹੈ। ਹੁਣ ਜਿਵੇਂ ਕਿਸੇ ਦੀ ਇਮਾਨਦਾਰੀ ਹੈ ਜਾਂ ਕਿਸੇ ਦੀ ਕਰਪਸ਼ਨ ਹੈ, ਉਸ ਨੂੰ ਅਸੀਂ ਪੈਸੇ 'ਚ ਮੈਜ਼ਰੇਬਲ ਨਹੀਂ ਕਰ ਸਕਦੇ। ਕਿਸੇ ਦਾ ਕਿੰਨਾ ਕੁ ਕੋਈ ਬੰਦਾ ਗੁੱਸੇ ਵਾਲਾ ਹੈ, ਕਿੰਨਾ ਕੋਈ ਬੰਦਾ ਪਿਆਰ ਵਾਲਾ, ਇਹਨਾਂ ਚੀਜ਼ਾਂ ਨੂੰ ਅਸੀਂ ਮਨੀ ਦੇ ਵਿੱਚ ਮੈਜ਼ਰ ਨਹੀਂ ਕਰ ਸਕਦੇ। ਸੋ ਇਹ ਚੀਜ਼ਾਂ ਰਿਕਾਰਡ ਨਹੀਂ ਹੋ ਸਕਦੀਆਂ। ਕਹਿਣ ਦਾ ਮਤਲਬ ਕਿ ਕੁਆਲੀਟੇਟਿਵ ਫੈਕਟਰਸ ਜਿਹੜੇ ਆ ਉਹ ਜਿੰਨੇ ਮਰਜ਼ੀ ਜ਼ਿਆਦਾ ਹੋਣ, ਇਹ ਰਿਕਾਰਡ ਨਹੀਂ ਹੋਣੇ। ਰਿਕਾਰਡ ਕੀ ਚੀਜ਼ ਹੋਊਗੀ, ਉਹ ਚੀਜ਼ ਜਿਸ ਦਾ ਪੈਸੇ ਦੇ ਵਿੱਚ ਕੋਈ ਮੁੱਲ ਹੋਏਗਾ। ਜਿਵੇਂ ਇੱਕ ਪੈਨ, ਇੱਕ ਪੈਨਸਿਲ ਦਾ ਇੱਕ ਮੁੱਲ ਹੈ ਤਾਂ ਉਹ ਰਿਕਾਰਡ ਹੋਊਗੀ, ਉਹ ਬਿਜ਼ਨਸ ਦੇ ਵਿੱਚ ਆਏਗੀ ਤਾਂ ਉਹ ਰਿਕਾਰਡ ਕੀਤੀ ਜਾਊਗੀ। ਕਲੀਅਰ। ਨੈਕਸਟ ਲਿਖਿਆ ਜੀ ਇਨ ਸੈਟ ਆਫ ਮੈਨਰ। ਸੈਟ ਆਫ ਮੈਨਰ ਅਸੀਂ ਕਿਸ ਨੂੰ ਕਹਿ ਦਿੰਦੇ ਹਾਂ, ਕਿ ਇੱਕ ਐਸਾ ਤਰੀਕਾ ਜਿਹਨੂੰ ਅਸੀਂ ਸਿਸਟਮੈਟਿਕ ਵੇ ਕਹਿ ਦਿੱਤਾ। ਜਦੋਂ ਅਸੀਂ ਬਾਏ ਫੋਲੋਇੰਗ ਵੇਰੀਅਸ ਰੂਲਸ ਐਂਡ ਰੈਗੂਲੇਸ਼ਨਸ ਦੇ ਅਕੋਰਡਿੰਗ ਚੱਲਦੇ ਹਾਂ ਤਾਂ ਅਸੀਂ ਕੀ ਕਹਿ ਦਿੰਦੇ ਹਾਂ, ਇੱਕ ਸਿਸਟਮੈਟਿਕ ਮੈਨਰ। ਉਹੀ ਚੀਜ਼ ਹੈ ਕਿ ਇਨ ਅ ਸੈਟ ਆਫ ਮੈਨਰ ਇਨ ਕ੍ਰੋਨੋਲੋਜੀਕਲ ਆਰਡਰ। ਵਟ ਇਜ਼ ਕ੍ਰੋਨੋਲੋਜੀਕਲ ਆਰਡਰ? ਮੀਨਸ ਡੇਟ ਵਾਈਜ਼। ਜਿਵੇਂ ਜਿਵੇਂ ਇੱਕ ਟ੍ਰਾਂਜੈਕਸ਼ਨ ਹੁੰਦੀ ਜਾਊਗੀ, ਅੱਜ ਪਰਚੇਜ਼ ਕੀਤੀ ਆ ਤਾਂ ਉਹ ਅੱਜ ਦੀ ਡੇਟ ਦੇ ਵਿੱਚ ਹੀ ਰਿਕਾਰਡ ਕੀਤੀ ਜਾਊਗੀ। ਚਾਹੇ ਤੁਸੀਂ ਰਿਕਾਰਡਿੰਗ 2 ਦਿਨਾਂ ਬਾਅਦ ਕਰ ਲਓ, ਬਟ ਉੱਥੇ ਜੋ ਡੇਟ ਪਏਗੀ ਉਹ ਅੱਜ ਦੀ ਪਊਗੀ। ਠੀਕ ਹੈ। ਇਸ ਨੂੰ ਅਸੀਂ ਬੋਲ ਦਿੰਦੇ ਹਾਂ ਕ੍ਰੋਨੋਲੋਜੀਕਲ ਆਰਡਰ। ਰੈਗੂਲਰ ਬੇਸਿਸ ਦੇ ਉੱਪਰ ਜਿਹੜੀ ਹੈ ਅਸੀਂ ਇਹ ਰਿਕਾਰਡਿੰਗ ਕਰਦੇ ਹਾਂ, ਮਤਲਬ ਕੋਈ ਡੇ ਦੇ ਵਿੱਚ ਮਿਸ ਆਊਟ ਨਹੀਂ ਕੀਤਾ ਜਾਂਦਾ। ਹੁਣ ਅਸੀਂ ਇਹਦੀਆਂ ਡੈਫੀਨੇਸ਼ਨਸ ਦੇਖਦੇ ਹਾਂ ਇਸ ਮੀਨਿੰਗ ਤੋਂ ਕਿ ਡੈਫੀਨੇਸ਼ਨਸ ਕੀ ਲਿਖੀਆਂ ਇਹਦੀਆਂ ਅਲੱਗ-ਅਲੱਗ ਆਥਰਸ ਨੇ। ਬੁੱਕ ਕੀਪਿੰਗ ਇਜ਼ ਐਨ ਆਰਟ ਆਫ ਰਿਕਾਰਡਿੰਗ ਬਿਜ਼ਨਸ ਡੀਲਿੰਗਸ ਇਨ ਅ ਸੈਟ ਆਫ ਬੁੱਕਸ। ਬੁੱਕ ਕੀਪਿੰਗ ਇਜ਼ ਐਨ ਆਰਟ। ਦੇਖੋ ਇਸ ਨੂੰ ਆਰਟ ਕਿਹਾ ਗਿਆ। ਅਸੀਂ ਉੱਪਰ ਗੱਲ ਕੀਤੀ ਸੀ ਕਿ ਇੱਕ ਰੇਹੜੀ ਵਾਲਾ ਵੀ ਆਪਣਾ ਰਿਕਾਰਡ ਮੇਨਟੇਨ ਕਰਦਾ ਹੈ, ਲੇਕਿਨ ਆਪਣੇ ਤਰੀਕੇ ਨਾਲ ਕਰਦਾ ਹੈ। ਇਟ ਮੀਨਸ ਪ੍ਰੋਫਿਟ ਉਹਨੂੰ ਕੱਢਣਾ ਆਉਂਦਾ ਹੈ। ਕਿਵੇਂ? ਕਿ ਅਸੀਂ ਸਾਰੀ ਕਲੈਕਸ਼ਨ ਦੇ ਵਿੱਚੋਂ ਆਪਣੇ ਖਰਚੇ ਮਾਈਨਸ ਕਰ ਦਿਓ ਤਾਂ ਪ੍ਰੋਫਿਟ ਨਿਕਲੇਗਾ। ਉਹ ਸਿਸਟਮ ਕਿਸ ਨੇ ਦਿੱਤਾ ਸਾਨੂੰ? ਉਹ ਇਹਦੇ ਰੂਲਸ, ਇਹਦੇ ਪ੍ਰਿੰਸੀਪਲਸ ਨੇ ਦਿੱਤਾ ਕਿ ਸਾਡੀ ਇਨਕਮ ਮਾਈਨਸ ਖਰਚੇ ਇਜ਼ ਇਕੁਅਲ ਟੂ ਪ੍ਰੋਫਿਟ ਹੋਊਗਾ। ਉਹ ਇਸੇ ਸਿਸਟਮ ਨੇ ਸਾਨੂੰ ਦਿੱਤਾ, ਬਟ ਉਹਨੂੰ ਅਸੀਂ ਯੂਜ਼ ਕਿਵੇਂ ਕਰਦੇ ਹਾਂ ਉਹ ਸਾਡੀ ਆਪਣੀ ਆਰਟ ਹੋਈ। ਇਸੇ ਕਰਕੇ ਅਸੀਂ ਇੱਥੇ ਲਿਖਦੇ ਹਾਂ ਕਿ ਬੁੱਕ ਕੀਪਿੰਗ ਇੱਕ ਆਰਟ ਹੈ ਕਿ ਅਸੀਂ ਟ੍ਰਾਂਜੈਕਸ਼ਨਸ ਨੂੰ ਰਿਕਾਰਡ ਕਿਵੇਂ ਕਰਨਾ ਹੈ, ਕਿਹੜੀਆਂ ਟ੍ਰਾਂਜੈਕਸ਼ਨਸ ਨੂੰ ਰਿਕਾਰਡ ਕਰਨਾ ਹੈ ਔਰ ਕਰਨਾ ਕਿਵੇਂ ਆ। ਇਨ ਸੈਟ ਆਫ ਬੁੱਕਸ, ਅਲੱਗ-ਅਲੱਗ ਬੁੱਕਸ ਲੱਗੀਆਂ ਹੋਈਆਂ ਇਹਦੇ ਲਈ, ਜਿਹਦੇ ਅੰਦਰ ਅਸੀਂ ਇਹਨਾਂ ਨੂੰ ਰਿਕਾਰਡ ਕਰਦੇ ਚਲੇ ਜਾਂਦੇ ਹਾਂ। ਠੀਕ ਹੈ ਜੀ। J.R. ਬਾਟਲੀ ਬॉयਸ ਨੇ ਇਹ ਡੈਫੀਨੇਸ਼ਨ ਸਾਨੂੰ ਪ੍ਰੋਵਾਈਡ ਕੀਤੀ ਆ, ਆਸਾਨ ਹੈ ਡੈਫੀਨੇਸ਼ਨ। ਨੈਕਸਟ ਡੈਫੀਨੇਸ਼ਨ ਆਪਾਂ ਦੇਖਦੇ ਹਾਂ। ਬੁੱਕ ਕੀਪਿੰਗ ਇਜ਼ ਐਨ ਆਰਟ ਆਫ ਰਿਕਾਰਡਿੰਗ ਬਿਜ਼ਨਸ ਟ੍ਰਾਂਜੈਕਸ਼ਨਸ ਇਨ ਅ ਸਿਸਟਮੈਟਿਕ ਮੈਨਰ। ਬਿਜ਼ਨਸ ਬੁੱਕ ਕੀਪਿੰਗ ਹੈ ਕੀ? ਬੁੱਕ ਕੀਪਿੰਗ ਇਜ਼ ਅ ਆਰਟ ਆਫ ਰਿਕਾਰਡਿੰਗ ਬਿਜ਼ਨਸ ਰਿਲੇਟਡ ਟ੍ਰਾਂਜੈਕਸ਼ਨਸ। ਉਹ ਟ੍ਰਾਂਜੈਕਸ਼ਨਸ ਜਿਹੜੀਆਂ ਕਿ ਬਿਜ਼ਨਸ ਨਾਲ ਰਿਲੇਟਡ ਹੋਣਗੀਆਂ, ਉਹਨਾਂ ਨੂੰ ਅਸੀਂ ਇੱਕ ਸਿਸਟਮੈਟਿਕ ਮੈਨਰ ਦੇ ਵਿੱਚ ਰੂਲਸ ਐਂਡ ਰੈਗੂਲੇਸ਼ਨਸ ਨੂੰ ਫੋਲੋ ਕਰਦੇ ਹੋਏ ਰਿਕਾਰਡ ਕਰਨਾ ਹੈ। ਇਸੇ ਨੂੰ ਅਸੀਂ ਬੁੱਕ ਕੀਪਿੰਗ ਕਹਿੰਦੇ ਹਾਂ। ਸੋ ਐਜ਼ ਅ ਕਨਕਲੂਜਨ ਦੇ ਤੌਰ 'ਤੇ ਅਸੀਂ ਕੀ ਲਿਖ ਸਕਦੇ ਹਾਂ ਕਿ ਬੁੱਕ ਕੀਪਿੰਗ ਇਜ਼ ਅ ਪ੍ਰੋਸੈਸ ਆਫ ਰਿਕਾਰਡਿੰਗ ਦ ਬਿਜ਼ਨਸ ਡੀਲਿੰਗਸ in separate set of books by following various rules and regulations। ਦੇਖੋ ਸੈਪਰੇਟ ਬੁੱਕਸ ਕਿਹੜੀਆਂ ਨੇ? ਜਿਵੇਂ ਅਸੀਂ ਕਹਿ ਦਈਏ ਕਿ ਪਰਚੇਜ਼ਸ ਦੀਆਂ ਟ੍ਰਾਂਜੈਕਸ਼ਨ ਸਾਰੀਆਂ ਪਰਚੇਜ਼ ਬੁੱਕ 'ਚ ਰਿਕਾਰਡ ਹੋਣਗੀਆਂ, ਸੇਲ ਦੀਆਂ ਟ੍ਰਾਂਜੈਕਸ਼ਨਾਂ ਸਾਰੀਆਂ ਸੇਲ ਬੁੱਕ 'ਚ ਰਿਕਾਰਡ ਹੋਣਗੀਆਂ, ਬਾਕੀ ਦੀਆਂ ਅਸੀਂ ਕੀ ਹੈ ਡੇ ਬੁੱਕ ਦੇ ਵਿੱਚ, ਜਰਨਲ ਦੇ ਵਿੱਚ ਰਿਕਾਰਡ ਅਪ ਕਰ ਸਕਦੇ ਹਾਂ। ਇਟ ਮੀਨਸ ਅਸੀਂ ਕੀ ਕੀਤਾ, ਅਲੱਗ-ਅਲੱਗ ਟ੍ਰਾਂਜੈਕਸ਼ਨਸ ਨੂੰ ਵੰਡ ਲਿਆ। ਕੈਸ਼ ਦੀਆਂ ਟ੍ਰਾਂਜੈਕਸ਼ਨਸ ਅਸੀਂ ਕੈਸ਼ ਬੁੱਕ ਦੇ ਵਿੱਚ ਰਿਕਾਰਡ ਕਰ ਦਿੱਤੀਆਂ,
ठीक है। सो इस तरह असी की कीता, उन्होंने एक सैपरेट सैट ऑफ बुक्स दे विच डिवाइड कर लिया और उसे दे अकॉर्डिंग असी उन्होंने नोट डाउन कर लिया और इसे प्रोसैस नूं, ये सारा काम करन दे प्रोसैस नूं ही असी की कहने आ, बुक कीपिंग का नाम दिता। क्लीयर है जी। नैक्सट है साडे कोल बुक कीपिंग प्रोसैस की हुंदा है, मतलब कि बुक कीपिंग जिहड़ी है वो परफॉर्म किवें करदी है, वन आफ्टर वन उहदे च किहड़े-किहड़े फंक्शनस परफॉर्म हुंदे आ। पहला साडा जिहड़ा है इस दे अंदर काम वो है आइडेंटिफिकेशन ऑफ फाइनैंशियल ट्रांजैक्शंस एंड एनालाइज दैम। देखो पहला काम साडा आइडेंटिफाई करना है कि मेरे बिजनेस दे अंदर किहड़ियां-किहड़ियां ट्रांजैक्शंस होईयां, उहनूं आइडेंटिफाई कर लो। वो आइडेंटिफाई करन तो बाद असी उन्होंने एनालाइज करना है। हुण एनालाइज करन दा मतलब की है, इत्थे असी परख करनी है कि वैदर दीज ट्रांजैक्शंस आर रिलेटेड विद आर बिजनेस एंड ऑफ फाइनैंशियल करैक्टर। क्या वो ट्रांजैक्शंस मेरे बिजनेस के नाल रिलेटेड है, क्या उन्हां ट्रांजैक्शंस दा पैसे दे विच कोई मुल है, क्या उन्होंने मैजरेबल इन टर्म्स ऑफ मनी किया जा सकता है। अगर यस होगा दैन असी इस दे सैकेंड प्रोसैस ते चले जावांगे, दैट इज़ रिकॉर्डिंग ऑफ ट्रांजैक्शंस एट प्राइमरी स्टेज। प्राइमरी स्टेज मतलब सब तो पहली स्टेज के उपर फिर असी उसनूं रिकॉर्ड करते हैं इन सैपरेट सैट ऑफ बुक्स। असी उन्हां ट्रांजैक्शंस नूं सैपरेट सैट ऑफ बुक्स मतलब अलग अलग किताबां दे अंदर रिकॉर्ड करना शुरू कर दिंदे आ बाय फॉलोइंग वेरीअस रूल्स एंड रेगूलेशंस। वो रूल्स एंड रेगूलेशंस किहड़े है जिन्हां दी असीं बार-बार गल कर रहे हैं, वो साडे अगले चैप्टरां च आउणगे। जदों असीं ट्रांजैक्शन नूं आइडेंटिफाई करके उसनूं रिकॉर्ड करना सीखना है, वो उस चैप्टर च आऊगा कि किहड़े-किहड़े रूल्स असीं पहलां फॉलो करने साडे लई जरूरी होणगे। रिकॉर्डिंग होगी। हुण असीं की करना अगे, क्लासीफाइंग द ट्रांजैक्शंस। ਜਿਹੜੀਆਂ ट्रांजैक्शंस ਨੂੰ ਅਸੀਂ रिकॉर्ड कर लिया, रिकॉर्डड डाटे ਨੂੰ फिर क्लासीफाई करना ज़रूरी है, मतलब उस दी वंड, उस दा वर्गीकरण करना ज़रूरी है। उस दी वंड किवें कीती जाऊगी, बाय प्रैपरेशन ऑफ लैजर अकाउंट। फिर सानू लैजर अकाउंट बनाने पैणगे अलग अलग। जिवें एक दुकान दे अंदर नंबर ऑफ कस्टमर्स आंदे आ, वो सेल पा के भी सार सकता है कि सेल इन्ने दी होगी इन्ने दी होगी, बट वो की करता है अलग अलग कस्टमर वाइज उसने रिकॉर्ड मेनटेन किया हुआ है। हालांकि वो सिर्फ उन्होंने कस्टमर्स की रिकॉर्ड मेनटेन करूगा जिन्हों ने उधार दे विच परचेज की या सेल की। अदरवाइज आप जाने किसी दुकान च तो अपना नाम नहीं रिकॉर्ड होंदा उत्थे, लेकिन उसनूं ये जरूर देखना पऊगा कि उन्हें फर्नीचर किन्ने दा लिआंदा, उहदे ते खर्चा किन्ना कर दिता, उसने इलैक्ट्रिसिटी के उपर कितना खर्चा किया, उसने इंपलॉइज़ नूं सैलरियां किने दित्तियां, उसने अपने प्रोडक्ट्स के उपर कितना खर्चा किया और प्रोडक्ट्स की सेल कितनी हुई है। अलग अलग रिकॉर्ड करन दा मकसद इन्ना ही हुंदा है कि बिजनेस की टोटल कॉस्ट जिहड़ी आई है, तुहाडा खर्चा जिहड़ा होया, अल्टीमेटली वो खर्चा असीं अपनी प्रोडक्ट की सेल दे विच्चों ही रिकवर करना हुंदा है। और अगर असी उन्हां चीज़ों को अलग अलग रिकॉर्ड नहीं करते तो सानू ये नहीं पता लगूगा कि असी उन्हां सारिया चीज़ों को प्रोडक्ट दे विच्चों फिर रिकवर किवें करिए, प्रोडक्ट का असी सेल प्राइस कितना डिसाइड करिए, सानू ये पता नहीं लगूगा। इस करके सानू की करना पैंदा है, लेजर जिहड़े है मेनटेन करने पैंदे, और लेजर मेनटेन करन दे लई अलग अलग अकाउंट बनाने पैंदे आ। और बुक कीपिंग के रूल्स के अकॉर्डिंग असी 3 तरह के जिहड़े है अकाउंट वो मेनटेन करते हैं, परसनल, रीयल ते नॉमिनल। जिहड़े परसनल अकाउंट मेनटेन किए जाते हैं ये परसनस दे लई कीते जाते हैं और रियल सारिया एसट्स दे लई कीते जाते हैं। थोड़े जे नाम थोड़े लिए नवे होणगे कि एसट की हुंदी है, आपां फरदर अगे इन्हां नूं डिस्कस करांगे। जस्ट इत्थे असीं यही देखना है कि 3 तरह के जिहड़े अकाउंट है वो मेनटेन किए जाते हैं, कुछ परसनस दे, कुछ एसट्स दे और खर्चे इनकमां दे अलग किए जाएंगे। मतलब उसनूं असीं नॉमिनल अकाउंट की कैटेगरी च रखते हैं। सारे खर्चे सारिया इनकम्स नॉमिनल अकाउंट के अंडर आती है। क्लीयर है जी। एसट्स नूं थोड़ा जिहा समझण दे लई असीं ये कह सकते हैं कि एसट एक ऐसा रिसोर्स हुंदा है जिसनूं असीं यूज़ करते हैं बिजनेस की अर्निंग करने वास्ते, जिवें मशीनां, जिवें बिल्डिंग, जिवें फर्नीचर, ये सारा कुछ यूज़ होंदा है। जे ना होवे तो असी बिजनेस नूं सही तरीके नाल चला नहीं पावांगे।
ਬਿਲਡਿੰਗ ਹੀ ਨਹੀਂ ਹੈ ਤਾਂ ਫਿਰ ਕਿਤੇ ਤੰਬੂ ਲਾ ਕੇ ਥੋੜੀ ਨਾ ਬਿਜ਼ਨਸ ਕਰਾਂਗੇ ਅਸੀਂ, ਕਿਤੇ ਇਹ ਹੈ ਕਿ ਉੱਪਰ ਤਰਪਾਲ ਪਾਰੀ ਔਰ ਕੰਮ ਕਰਾਂਗੇ, ਇਹ ਪੋਸੀਬਿਲਿਟੀ ਨਹੀਂ ਹੈਗੀ ਇਸ ਤਰ੍ਹਾਂ ਦੀ। ਮਸ਼ੀਨਾਂ ਨਹੀਂ ਹੋਣਗੀਆਂ ਤਾਂ ਪ੍ਰੋਡਕਸ਼ਨ ਕਿਵੇਂ ਹੋਊਗਾ, ਠੀਕ ਹੈ। ਮਟੀਰੀਅਲ ਨਹੀਂ ਹੈ ਤਾਂ ਫਿਰ ਅਸੀਂ ਪ੍ਰੋਡਿਊਸ ਕਿਵੇਂ ਕਰਾਂਗੇ ਸਮਾਨ ਨੂੰ। ਸੋ ਇਸ ਕਰਕੇ ਇਹ ਚੀਜ਼ਾਂ ਸਾਡੀਆਂ ਐਸੈਟਸ ਬਣ ਜਾਂਦੀਆਂ ਨੇ। ਕਲੀਅਰ ਹੈ ਜੀ। ਫਿਰ ਉਸ ਤੋਂ ਬਾਅਦ ਅਲੱਗ-ਅਲੱਗ ਲੈਜ਼ਰ ਬਣਾਉਣ ਦਾ ਫਾਇਦਾ ਕੀ ਹੈ, ਤਾਂ ਜੋ ਸਾਨੂੰ ਇਹ ਪਤਾ ਲੱਗ ਜਾਵੇ ਕਿ ਅਸੀਂ ਪਰਸਨਸ ਤੋਂ ਕੀ ਲੈਣਾ, ਪਰਸਨਸ ਨੂੰ ਕੀ ਦੇਣਾ ਹੈ। ਮੇਰੇ ਕੋਲ ਮੇਰੀ ਐਸੈਟ ਦੀ ਟੋਟਲ ਵੈਲਿਊ ਕੀ ਹੈ, ਤਾਂ ਜੋ ਕੱਲ੍ਹ ਨੂੰ ਅਗਰ ਮੈਂ ਬਿਜ਼ਨਸ ਵੇਚਣਾ ਹੋਵੇ ਤਾਂ ਮੈਨੂੰ ਪਤਾ ਲੱਗੇ ਕਿ ਮੇਰੇ ਬਿਜ਼ਨਸ ਦੀ ਵੈਲਿਊ ਹੈ ਕਿੰਨੀ। ਮੇਰੇ ਕੋਲ ਲੈਂਡ ਦੀ ਕੀ ਵੈਲਿਊ ਹੈ, ਬਿਲਡਿੰਗ ਦੀ ਕੀ ਵੈਲਿਊ ਹੈ, ਮਸ਼ੀਨ ਦੀ ਕੀ ਵੈਲਿਊ ਹੈ, ਫਰਨੀਚਰ ਦੀ ਕੀ ਵੈਲਿਊ ਹੈ, ਇਹ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ। ਉਸ ਤੋਂ ਬਾਅਦ ਲੈਜ਼ਰਸ ਬਣ ਗਏ। ਹੁਣ ਸਾਡਾ ਨੈਕਸਟ ਪ੍ਰੋਸੈਸ ਹੈ ਕਿ ਅਸੀਂ ਸਮਰਾਈਜ਼ ਕਰਨਾ ਇਹਨਾਂ ਨੂੰ। ਸਮਰਾਈਜ਼ ਕਰਨ ਦਾ ਮਤਲਬ ਕਿ ਪ੍ਰੈਪਰੇਸ਼ਨ ਆਫ ਟਰਾਇਲ ਬੈਲੈਂਸ, ਇੱਕ ਸਮਰੀ ਤਿਆਰ ਕਰਨੀ ਹੈ। ਉਹ ਕਾਹਦੇ ਵਾਸਤੇ ਸਮਰੀ ਤਿਆਰ ਕਰਦੇ ਹਾਂ ਅਸੀਂ ਲੈਜ਼ਰਸ ਬਣਾ ਚੁੱਕੇ ਅਲੱਗ-ਅਲੱਗ। ਸਮਰੀ ਬਣਾਉਣ ਦਾ ਮਕਸਦ ਜਸਟ ਇੰਨਾ ਹੈ ਕਿ ਇੱਕ ਲਾਸਟ ਸਟੇਜ ਹੈ ਬੁੱਕ ਕੀਪਿੰਗ ਦੀ, ਇੱਕ ਚੈਕਿੰਗ ਸਟੇਜ ਹੈ ਜਿੱਥੋਂ ਅਸੀਂ ਅਕਾਊਂਟਿੰਗ ਦੇ ਵਿੱਚ ਐਂਟਰ ਕਰਨਾ ਹੈ। ਲੇਕਿਨ ਅਸੀਂ ਪਹਿਲਾਂ ਇਹ ਦੇਖ ਲੈਂਦੇ ਹਾਂ ਕਿ ਜੋ ਡਾਟਾ ਅਸੀਂ ਹੁਣ ਤੱਕ ਬੁੱਕ ਕੀਪਿੰਗ ਦੇ ਅੰਦਰ ਬਣਾਇਆ, ਕਿਆ ਉਹ ਅਰਥਮੈਟਿਕਲੀ ਐਕੂਰੇਟ ਹੈ, ਇਹ ਦੇਖਣਾ ਜ਼ਰੂਰੀ ਹੈ। ਅਗਰ ਉਹ ਅਰਥਮੈਟਿਕਲੀ ਐਕੂਰੇਟ ਹੈ ਦੈਨ ਅਸੀਂ ਇਹ ਕਹਿ ਸਕਦੇ ਹਾਂ ਕਿ ਅਸੀਂ ਅਕਾਊਂਟਿੰਗ ਦੇ ਵਿੱਚ ਐਂਟਰ ਹੋ ਸਕਦੇ ਹਾਂ। ਅਗਰ ਉਸ ਦੇ ਅੰਦਰ ਅਰਥਮੈਟਿਕਲ ਐਕੂਰੇਸੀ ਨਾ ਆਈ, ਅਰਥਮੈਟਿਕਲ ਐਕੂਰੇਸੀ ਮੀਨਸ ਕਿ ਜੋ ਜੋੜ ਘਟਾਓ ਅਸੀਂ ਕਰਦੇ ਹਾਂ ਐਟਲੀਸਟ ਉਹ ਸਹੀ ਹੋਣਾ ਚਾਹੀਦਾ। ਦੋ ਸਾਈਡਾਂ ਹੁੰਦੀਆਂ ਨੇ ਬੁੱਕ ਕੀਪਿੰਗ ਦੇ, ਜੋ ਵੀ ਅਸੀਂ ਸਾਰਾ ਰਿਕਾਰਡ ਮੇਨਟੇਨ ਕਰਦੇ ਹਾਂ, ਡਬਲ ਐਂਟਰੀ ਸਿਸਟਮ ਨੂੰ ਮੇਨਟੇਨ ਕਰਕੇ ਚੱਲਦੇ ਹਾਂ। ਸੋ ਦੋਨੋਂ ਸਾਈਡਾਂ ਦਾ ਜੋੜ ਆਪਸ ਦੇ ਵਿੱਚ ਬਰਾਬਰ ਆਉਣਾ ਚਾਹੀਦਾ। ਜੋ ਟਰਾਇਲ ਬੈਲੈਂਸ ਬਣਦਾ ਹੈ ਇਹ ਦੋ ਸਾਈਡਾਂ ਦੇ ਨਾਲ ਬਣਦਾ, ਇੱਕ ਡੈਬਿਟ ਸਾਈਡ, ਇੱਕ ਕ੍ਰੈਡਿਟ ਸਾਈਡ। ਔਰ ਡੈਬਿਟ ਸਾਈਡ ਦਾ ਕ੍ਰੈਡਿਟ ਸਾਈਡ ਦੇ ਨਾਲ ਟੋਟਲ ਮੈਚ ਹੋਣਾ ਜ਼ਰੂਰੀ ਹੈ। ਅਗਰ ਮੈਚ ਹੁੰਦਾ ਹੈ ਦੈਨ ਅਸੀਂ ਇਹ ਕਹਿ ਸਕਦੇ ਹਾਂ ਕਿ ਬੁੱਕ ਕੀਪਿੰਗ ਦਾ ਪ੍ਰੋਸੈਸ ਸਾਡਾ ਅਰਥਮੈਟਿਕਲੀ ਐਕੂਰੇਟ ਹੈ। ਅਰਥਮੈਟਿਕਲੀ ਲੌਜੀਕਲ ਐਰਰਸ ਆ ਸਕਦੀਆਂ ਨੇ, ਅਸੀਂ ਕੋਈ ਵੀ ਗਲਤੀ ਕਰ ਸਕਦੇ ਹਾਂ, ਬਟ ਅਰਥਮੈਟਿਕਲੀ ਐਕੂਰੇਟ ਹੋਣਾ ਜ਼ਰੂਰੀ ਹੈ, ਠੀਕ ਹੈ। ਔਰ ਜਦੋਂ ਅਸੀਂ ਐਕੂਰੇਸੀ 'ਚ ਆਵਾਂਗੇ, ਜਦੋਂ ਦੋਨੋਂ ਸਾਈਡਾਂ ਆਪਸ 'ਚ ਮੈਚ ਹੋਣਗੀਆਂ, ਤਾਂ ਇੱਥੋਂ ਫਿਰ ਅਕਾਊਂਟਿੰਗ ਦਾ ਪ੍ਰੋਸੈਸ ਜਿਹੜਾ ਹੈ ਉਹ ਸਟਾਰਟ ਹੋਊਗਾ। ਨੈਕਸਟ ਆਪਣਾ ਟੌਪਿਕ ਹੈ ਨੇਚਰ, ਫੀਚਰ ਔਰ ਕਰੈਕਟਰਿਸਟਿਕਸ ਆਫ ਬੁੱਕ ਕੀਪਿੰਗ, ਕਿ ਜੋ ਬੁੱਕ ਕੀਪਿੰਗ ਹੈ ਉਸ ਦਾ ਕੀ ਫੀਚਰ ਹੈ, ਕੀ ਉਸ ਦੇ ਨੇਚਰ ਨੇ। ਤਾਂ ਪਹਿਲਾ ਹੈ ਜੀ ਇਨੀਸ਼ੀਅਲ ਸਟੇਜ ਆਫ ਅਕਾਊਂਟਿੰਗ ਸਿਸਟਮ, ਜੋ ਸਾਡਾ ਇੱਕ ਓਵਰਆਲ ਅਕਾਊਂਟਿੰਗ ਸਿਸਟਮ ਹੈ, ਜੋ ਬਿਜ਼ਨਸ ਦੇ ਪ੍ਰੋਫਿਟ ਲਾਸ ਨੂੰ ਵੀ ਫਾਈਂਡ ਆਊਟ ਕਰਦਾ ਹੈ, ਉਹਦੀ ਇਨੀਸ਼ੀਅਲ ਸਟੇਜ ਹੈ। ਦੇਖੋ ਆਪਾਂ ਹੁਣ ਤੱਕ ਕਿਤੇ ਨਹੀਂ ਇਹ ਕਿਹਾ ਕਿ ਬੁੱਕ ਕੀਪਿੰਗ ਬਿਜ਼ਨਸ ਦਾ ਪ੍ਰੋਫਿਟ ਲਾਸ ਫਾਈਂਡ ਆਊਟ ਕਰਦੀ ਹੈ। ਇਟ ਹੈਲਪਸ ਟੂ ਫਾਈਂਡ ਆਊਟ ਪ੍ਰੋਫਿਟ ਐਂਡ ਲਾਸ। ਇਹ ਪ੍ਰੋਫਿਟ ਐਂਡ ਲਾਸ ਨੂੰ ਫਾਈਂਡ ਆਊਟ ਕਰਨ 'ਚ ਹੈਲਪ ਕਰਦੀ ਹੈ, ਕਿਉਂਕਿ ਇਨੀਸ਼ੀਅਲ ਸਟੇਜ ਦੇ ਉੱਪਰ ਇਹ ਡਾਟੇ ਨੂੰ ਰਿਕਾਰਡ ਕਰਦੀ ਹੈ। ਜਿਵੇਂ ਕੀ ਹੋਇਆ, ਡੇਲੀ ਬੇਸਿਸ ਦੇ ਉੱਪਰ ਜਿੰਨੀ ਸਾਡੀ ਪਰਚੇਜ਼ ਹੈ, ਜਿੰਨੀ ਸਾਡੀ ਸੇਲ ਆ, ਅਸੀਂ ਉਹਨੂੰ ਰਿਕਾਰਡ ਕਰਦੇ ਚਲੇ ਜਾਂਦੇ। ਅੱਜ ਸਾਡੀ ਇੰਨੀ ਪਰਚੇਜ਼ ਹੋਈ, ਅੱਜ ਸਾਡੀ ਇੰਨੀ ਸੇਲ ਹੋਈ, ਅੱਜ ਪਰਚੇਜ਼, ਸੇਲ ਪਰਚੇਜ਼, ਸਾਰਾ ਕੁਝ ਅਸੀਂ ਖਰਚੇ, ਇਨਕਮ ਸਾਰਾ ਕੁਝ ਰਿਕਾਰਡ ਕਰਦੇ ਚਲੇ ਜਾਂਦੇ। ਬਟ ਅਲਟੀਮੇਟਲੀ ਬਿਜ਼ਨਸ ਸਾਲ ਦੇ ਐਂਡ 'ਤੇ ਦੇਖਦਾ ਕਿ ਉਹਨੇ ਟੋਟਲ ਸੇਲ ਕਿੰਨੀ ਕੀਤੀ, ਟੋਟਲ ਪਰਚੇਜ਼ ਕਿੰਨੀ ਸੀ, ਟੋਟਲ ਖਰਚੇ ਕਿੰਨੇ ਸੀ, ਬਾਕੀ ਇਨਕਮਸ ਕਿੰਨੀਆਂ ਸੀ, ਬਿਜ਼ਨਸ ਨੂੰ ਅਲਟੀਮੇਟਲੀ ਪ੍ਰੋਫਿਟ ਹੋਇਆ ਜਾਂ ਲਾਸ ਹੋਇਆ। ਤੋ ਇਹਦੇ ਲਈ ਅਸੀਂ ਕੀ ਕਰਦੇ ਹਾਂ, ਅਸੀਂ ਇੱਕ ਹੋਰ ਸਿਸਟਮ ਯੂਜ਼ ਕਰਦੇ ਹਾਂ ਜਿਸ ਨੂੰ ਕਿ ਅਕਾਊਂਟਿੰਗ ਕਿਹਾ ਜਾਂਦਾ ਹੈ। ਲੇਕਿਨ ਅਗਰ ਅਸੀਂ ਓਵਰਆਲ ਗੱਲ ਕਰੀਏ ਤਾਂ ਇਹ ਹੈ ਕਿ ਅਕਾਊਂਟਿੰਗ ਪ੍ਰੋਸੈਸ ਜਿਹੜਾ ਹੈ ਟੋਟਲ, ਉਸ ਦੇ ਲਈ ਇਨੀਸ਼ੀਅਲ ਸਟੇਜ ਕੀ ਹੈ, ਬੁੱਕ ਕੀਪਿੰਗ ਹੈ। ਸੋ ਬੁੱਕ ਕੀਪਿੰਗ ਇੱਕ ਇਨੀਸ਼ੀਅਲ ਸਟੇਜ ਹੈ ਅਕਾਊਂਟਿੰਗ ਦੀ। ਜਿੱਥੇ ਬੁੱਕ ਕੀਪਿੰਗ ਖਤਮ ਹੋਊਗੀ ਉੱਥੋਂ ਅਕਾਊਂਟਿੰਗ ਸਟਾਰਟ ਹੋਏਗੀ। ਸੋ ਅਸੀਂ ਇਸ ਪੁਆਇੰਟ ਦੇ ਬਾਰੇ ਕੀ ਕਹਿ ਸਕਦੇ ਹਾਂ ਕਿ ਬੁੱਕ ਕੀਪਿੰਗ ਇਜ਼ ਐਨ ਇਨੀਸ਼ੀਅਲ ਸਟੇਜ ਆਫ ਅਕਾਊਂਟਿੰਗ ਪ੍ਰੋਸੈਸ ਵਿਚ ਕੰਸਰਨਡ ਵਿਦ, ਇਹ ਕਿਸ ਚੀਜ਼ ਨਾਲ ਕੰਸਰਨ ਕਰਦੀ ਹੈ, ਟੂ ਰਿਕਾਰਡ ਦਾ ਬਿਜ਼ਨਸ ਟ੍ਰਾਂਜੈਕਸ਼ਨਸ ਇਨ ਅ ਸਿਸਟਮੈਟਿਕ ਮੈਨਰ, ਠੀਕ ਹੈ ਜੀ। ਐਂਡ ਇਟ ਹੈਲਪਸ, ਇਹ ਹੈਲਪ ਕਰਦੀ ਹੈ ਅਕਾਊਂਟਿੰਗ ਪ੍ਰੋਸੈਸ ਨੂੰ ਸ਼ੁਰੂਆਤ ਕਰਨ ਦੇ ਲਈ। ਤੇ ਜਿੱਥੇ ਬੁੱਕ ਕੀਪਿੰਗ ਖਤਮ ਹੋਊਗੀ ਅਕਾਊਂਟਿੰਗ ਉੱਥੋਂ ਸਟਾਰਟ ਹੋਏਗੀ। ਨੈਕਸਟ ਪ੍ਰੋਸੈਸ ਸਾਡਾ ਹੈ ਫੀਚਰ ਇਸ ਦਾ ਆਈਡੈਂਟੀਫਾਈਂਗ ਐਂਡ ਐਨਾਲਾਈਜ਼ਿੰਗ ਦਾ ਟ੍ਰਾਂਜੈਕਸ਼ਨ। ਦੇਖੋ ਜੋ ਅਸੀਂ ਪ੍ਰੋਸੈਸ ਦੇ ਵਿੱਚ ਪੜ੍ਹਿਆ ਸੀ ਇਹ ਉਹੀ ਪੁਆਇੰਟਸ ਨੇ ਸਾਰੇ, ਕਿ ਇਹਦੇ ਅੰਦਰ ਅਸੀਂ ਟ੍ਰਾਂਜੈਕਸ਼ਨ ਨੂੰ ਆਈਡੈਂਟੀਫਾਈ ਵੀ ਕਰਦੇ ਹਾਂ ਕਿ ਟ੍ਰਾਂਜੈਕਸ਼ਨ ਕੀ ਹੋਈ ਹੈ,
वो किस हैड किस रूल के अंडर जा रही है ये आइडेंटिफाई करना ज़रूरी है। फिर उसनू एनालाइज करना ज़रूरी है कि क्या ये ट्रांजैक्शन फाइनैंशियल करैक्टर दी है या नहीं है। अगर फाइनैंशियल करैक्टर दी नहीं होगी तो ट्रांजैक्शन रिकॉर्ड नहीं की जाऊगी। क्लीयर है जी। नैक्सट पॉइंट है दैन आइडेंटिफाई तो एनालाइज करन तो बाद फिर असी उसनू की कर लैंने रिकॉर्ड कर लैंने ट्रांजैक्शन नू प्राइमरी लैवल के उपर अलग अलग किताबां च सैट ऑफ बुक्स दे विच ते बाय फॉलोइंग रूल्स एंड रेगूलेशनस। देखो सैपरेट सैट ऑफ बुक्स इत्थे लिखियां मैं कि जर्नल सेल बुक परचेज बुक ये हो सकदियां ने जिन्हां दे अंदर असी ट्रांजैक्शनस नू अलग अलग तरीके नाल रिकॉर्ड करांगे। फिर असी उन्होंने क्लासीफाई करते हैं। क्लासीफाइंग द मीनस असी उन्हों दे अलग अलग लैजर तैयार कर देंगे। देखो जिवें मंडी दे विच आड़ती होंदे आ उन्हां कोल अलग अलग किसान आउंदे आ तां ओह कणक उन्हां दे कोले ढेरी कर दिंदे आ। हुण देखो जे वो जिहड़ा आड़ती है वह कल्ला ये लिखी जाए कि हुण मेरे कोल इन्नी कणक आई, हुण मेरे कोल इन्नी कणक आई, मैं इन्नी विका दित्ती और मेरे कोल इन्ने पैसे आ गए, वो कल्ले कल्ले आड़तीए नूं कितना पैसा दऊगा फिर वह हिसाब नहीं रखा जा सकता। वो की करूँगा हरेक जिहड़ा किसान है उसका एक इंडिविजुअल अलग तो अकाउंट मेनटेन कर दूगा। इस तरह दुकान दे अंदर जिन्ने भी कस्टमर उहदे कोल जांदे दुकान कोल दुकानदार दे कोल वो की करूँगा हरेक कस्टमर का अलग अलग एक अकाउंट मेनटेन कर दूगा ताकि उन्होंने साल च पता लगे कि उन्हें कस्टमर्स तो लेना की है या उसने अपने सप्लायर्स नूं की देना है या उसने टोटल खर्चों चों सैलरी के उपर कितना खर्चा किया, उसका खर्चा रेंट दे विच कितना होया, बिजली दे विच कितना होया, तां जो अगली बार तो थोड़ा बहुत उन्होंने कंट्रोल भी कर सके और उसनूं पता होवे कि उसने कितना कितना खर्चा किस किस चीज़ के उपर कीता। ये चीज़ां ज़रूरी है। इसे करके असीं इसनूं रिकॉर्डिंग फैक्ट दे विच लेके आए। आइडेंटिफाई करन तो बाद रिकॉर्ड किया, रिकॉर्डिंग तो बाद असी उसके लैजर बना ले, लैजर तो बाद असी एज इट इज़ उसकी समरी तैयार कर ली, असी ट्रायल बैलेंस तैयार कर लिया। ट्रायल बैलेंस के बारे असी पहले ही गल की कि ट्रायल बैलेंस जिहड़ा है अर्थमैटिकल एक्यूरेसी नूं चैक करन दे लई बनाया जाता है। बुक कीपिंग की लास्ट स्टेज है, इत्थे बुक कीपिंग खत्म हो जाती है तो इस तो अगे फिर अकाउंटिंग जिहड़ी है वो स्टार्ट होंदी है। और अकाउंटिंग जिहड़ी है बुक कीपिंग है सॉरी इसनूं आर्ट भी कहा जाता है तो साइंस भी कहा जाता है। बुक कीपिंग एक आर्ट भी है एक साइंस भी है। साइंस क्यों है पहला असीं साइंस देखिए क्योंकि इस दे अंदर जिहड़े रूल्स एंड रेगूलेशनस है वो यूनीवर्सलाइज्ड एप्लीकेबल है, मतलब उसकी एप्लीकेबिलिटी ऑल ओवर वर्ल्ड दे विच है। और इसनूं एक सिस्टमैटिक बॉडी ऑफ नॉलेज भी कहा जाता है कि इसकी जो नॉलेज है बुक कीपिंग की वो सानू किताबां दे विच्चों सिस्टमैटिक तरीके दे नाल मिलती है। इसका करिकुलर है उसनूं असीं पढ़ के उस नॉलेज नूं गेन करते हैं। इस दे अलग अलग स्कूल इंस्टीट्यूट्स बने हुए आ, डिग्रीज़ बनिया हुई ने जिसनों अक्वायर करके असी इस दे प्रोफैशन दे विच भी एंटर कर सकते हैं। लेकिन उन्होंने रूल्स नूं उस नॉलेज नूं असी एप्लीकेबल किवें करना है वो साडी अपनी आर्ट दे उपर निर्भर करता है। जिवें असी स्टार्टिंग च गल कीती सी कि एक रेहड़ी वाले नूं भी पता हुंदा है कि उसका प्रॉफिट या उसका लॉस की है, लेकिन वो इस सिस्टम दे अंदर नहीं आंदा। वो अपनी मर्जी दे नाल एक ऐसा सिस्टम जनरेट करता है जिहदे विचों अपना प्रॉफिट लॉस वो भी फाइंड आउट कर रहा है। इट मीनस कि वो आर्ट है कि उसने सीखी हुई नॉलेज नूं किवें यूज़ किया अपना प्रॉफिट लॉस लभण दे लई। बाकी प्रॉफिट लॉस लभण दा जो फॉर्मूला है वो यूनीवर्सलाइज्ड है, इस करके इसनूं साइंस कहा जाता है। सो बुक कीपिंग साइंस भी है तो बुक कीपिंग आर्ट भी है। ये अपना टॉपिक सी अज दा कि बुक कीपिंग किसनूं कहा जाता है, हिस्टोरीकल बैकग्राउंड्स की है बुक कीपिंग दी, बुक कीपिंग का प्रोसैस की है और बुक कीपिंग के फीचर्स की ने। होपफुली टॉपिक आपां नूं समझ आया होगा। अगर कोई प्रॉब्लम है दैन तुसीं मैनूं मैसेज करके वो प्रॉब्लम दस सकते हो। ठीक है जी।